Hello friends, welcome to on my YouTube channel Be Educational Winners। ਫਰੈਂਡਸ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਜੋ ਸਿਵਿਕਸ ਨਾਲ ਰਿਲੇਟਡ ਹੈ ਇਸ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦੇ ਭਾਗ ਇਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਕਿਹੜੇ ਇੰਪੋਰਟੈਂਟ ਆਰਟੀਕਲਸ ਹਨ ਜੋ ਪੇਪਰ ਵਿੱਚ ਪੁੱਛੇ ਜਾਂਦੇ ਹਨ ਬਹੁਤ ਹੀ ਜੋ ਹੈ ਕ੍ਰੀਏਟਿਵ ਵੇ ਨਾਲ ਈਜ਼ੀ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਸ ਦੇ ਨਾਲ ਹੀ ਬਹੁਤ ਹੀ ਇੰਪੋਰਟੈਂਟ ਵੀਡੀਓ ਰਹੇਗੀ ਇਹ ਸੀਟੈਟ ਪੀਐਸਟੈਟ ਮਾਸਟਰ ਕੜੇ ਐਗਜ਼ਾਮ ਦੇ ਲਈ ਤੇ ਹੋਰ ਕੰਪੀਟੀਟਿਵ ਐਗਜ਼ਾਮ ਦੇ ਲਈ। ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਵੀਡੀਓਜ਼ ਕਰ ਚੁੱਕੇ ਹਾਂ ਸਿਵਿਕਸ ਨਾਲ ਰਿਲੇਟਡ ਪੰਜਾਬ ਹਿਸਟਰੀ ਨਾਲ ਰਿਲੇਟਡ। ਜੇਕਰ ਤੁਸੀਂ ਉਹ ਵੀਡੀਓਜ਼ ਅਜੇ ਤੱਕ ਨਹੀਂ ਦੇਖੀਆਂ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਉਹ ਸਾਰੀਆਂ ਵੀਡੀਓਜ਼ ਜੋ ਹੈ ਉਹ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਭਾਰਤੀ ਸੰਵਿਧਾਨ ਦੇ ਮਹੱਤਵਪੂਰਨ ਭਾਗ ਕਿਹੜੇ ਹਨ, ਉਹਨਾਂ ਦੀ ਗਿਣਤੀ ਕਿੰਨੀ ਹੈ? ਤਾਂ ਭਾਰਤੀ ਸੰਵਿਧਾਨ ਦੇ ਜੋ ਮਹੱਤਵਪੂਰਨ ਭਾਗ ਹਨ ਉਹ ਹਨ 22 ਭਾਗਾਂ ਦੇ ਵਿੱਚ ਜੋ ਹੈ ਸਾਡਾ ਸੰਵਿਧਾਨ ਜੋ ਹੈ ਵੰਡਿਆ ਗਿਆ ਹੈ। ਇਹਨਾਂ ਸੰਵਿਧਾਨ ਦੇ 22 ਭਾਗਾਂ ਦੇ ਅੰਡਰ ਕੀ ਆਉਂਦਾ ਹੈ ਅਸੀਂ ਜੋ ਹੈ ਇੱਕ ਬਹੁਤ ਹੀ ਈਜ਼ੀ ਟ੍ਰਿਕ ਦੇ ਨਾਲ ਜਾਣਨਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਜੋ ਹੈ ਇੱਕ ਲਾਈਨ ਜੋ ਹੈ ਇੱਕ ਟ੍ਰਿਕ ਜੋ ਹੈ ਤੁਹਾਡੇ ਲਈ ਜੋ ਹੈ ਇੱਥੇ ਮੈਂ ਜੋ ਡਿਸਪਲੇ ਕੀਤੀ ਹੈ। ਸਭ ਤੋਂ ਪਹਿਲਾਂ ਹੈ UCFD ਦੇ ਨਾਲ ਤੁਹਾਡੇ ਜੋ ਹਨ ਪਹਿਲੇ 4 ਭਾਗ ਜੋ ਹਨ ਤੁਹਾਨੂੰ ਯਾਦ ਹੁੰਦੇ ਹਨ। UCFD ਨੂੰ ਤੁਸੀਂ ਮਾਈਂਡ ਦੇ ਵਿੱਚ ਰੱਖਣਾ ਹੈ ਇੱਕ ਜੋ ਬੈਂਕ ਦੀ ਤਰ੍ਹਾਂ ਹੈ। UCFD ਨੂੰ ਤੁਸੀਂ ਇੱਕ ਇੱਦਾਂ ਮਾਈਂਡ ਦੇ ਵਿੱਚ ਇਸ ਦੀ ਇਮੇਜ ਬਣਾਉਣੀ ਹੈ। UCFD ਵਿੱਚ ਜੋ US ਹੈ ਡੀਲ UP ਨਾਲ ਅਨੁਸੂਚਿਤ ਜਾਤੀਆਂ ਲਈ ਕਰਦਾ ਹੈ। UCFD ਦੇ ਵਿੱਚ ਕਰਨੀ ਹੈ US ਨੇ ਡੀਲ UP ਦੇ ਨਾਲ ਤੇ ਅਨੁਸੂਚਿਤ ਜਾਤੀਆਂ ਦੇ ਲਈ। ਇਸ ਜੋ ਟ੍ਰਿਕ ਨੂੰ ਹੈ ਤੁਸੀਂ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਅਸੀਂ ਪਹਿਲਾਂ 4 ਡਿਜਿਟ ਦੇ ਨਾਲ ਜੋ ਹੈ ਸੰਵਿਧਾਨ ਦੇ ਪਹਿਲੇ 4 ਭਾਗਾਂ ਦੇ ਬਾਰੇ ਗੱਲ ਕਰਾਂਗੇ। U ਤੋਂ ਸਭ ਤੋਂ ਪਹਿਲਾਂ ਬਣਦਾ ਹੈ ਯੂਨੀਅਨ ਐਂਡ ਇਟਸ ਟੈਰੀਟਰੀਜ਼ ਭਾਵ ਸੰਘ ਅਤੇ ਉਸਦੇ ਰਾਜ ਖੇਤਰ। ਜੇਕਰ ਇਸ ਦਾ ਜੋ ਆਰਟੀਕਲ ਪੁੱਛ ਲਿਆ ਜਾਵੇ ਤਾਂ 1 ਤੋਂ 4 ਜੋ ਹੈ ਇਸ ਦਾ ਆਰਟੀਕਲ ਹੈ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ ਸੰਘ ਅਤੇ ਉਸਦੇ ਰਾਜ ਖੇਤਰ ਜੋ ਹਨ ਉਹ ਕਿਸ ਭਾਗ ਦੇ ਸੰਵਿਧਾਨ ਦੇ ਵਿੱਚ ਦਰਜ ਹਨ? ਤਾਂ ਭਾਗ ਪਹਿਲੇ ਦੇ ਵਿੱਚ ਦਰਜ ਹਨ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਸਿਟੀਜ਼ਨਸ਼ਿਪ ਹੈ ਨਾਗਰਿਕਤਾ ਕਿਸ ਭਾਗ ਦੇ ਅੰਡਰ ਆਉਂਦੀ ਹੈ ਸੰਵਿਧਾਨ ਦੇ? ਤਾਂ ਭਾਗ ਦੂਸਰੇ ਦੇ ਅੰਡਰ ਹੈ ਜੋ ਨਾਗਰਿਕਤਾ ਆਉਂਦੀ ਹੈ। ਇਸ ਦੇ ਆਰਟੀਕਲ ਪੁੱਛ ਲਏ ਜਾਣ ਤਾਂ 5 ਤੋਂ 11। ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। U ਤੋਂ ਯੂਨੀਅਨ ਐਂਡ ਇਟਸ ਟੈਰੀਟਰੀਜ਼, C ਤੋਂ ਹੈ ਸਿਟੀਜ਼ਨਸ਼ਿਪ। ਇਸ ਦੇ ਨਾਲ ਹੀ ਅਸੀਂ ਜੋ ਹੈ F ਤੋਂ ਜਾਣਾਂਗੇ ਕਿਹੜਾ ਜੋ ਹੈ ਸੰਵਿਧਾਨ ਦਾ ਭਾਗ ਸ਼ੁਰੂ ਹੁੰਦਾ ਹੈ ਫੰਡਾਮੈਂਟਲ ਰਾਈਟਸ। 12 ਤੋਂ ਲੈ ਕੇ 35 ਅਸੀਂ ਜਾਣਦੇ ਹਾਂ ਕਿ ਸਾਡੇ ਮੂਲ ਅਧਿਕਾਰ ਮੌਲਿਕ ਅਧਿਕਾਰ ਹਨ 12 ਤੋਂ 35 ਤੇ ਉਹਨਾਂ ਦੀ ਗਿਣਤੀ ਕਿੰਨੀ ਹੈ 6। ਇਹਨਾਂ 6 ਦੇ ਮੌਲਿਕ ਅਧਿਕਾਰਾਂ ਨੂੰ ਅਸੀਂ ਡਿਟੇਲ ਨਾਲ ਇੱਕ ਅਲੱਗ ਹੀ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਫੈਕਟ ਜੋ ਹਨ ਪੇਪਰ ਵਿੱਚ ਪੁੱਛੇ ਜਾਂਦੇ ਹਨ। ਇਹਨਾਂ ਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਜੋ ਹੈ ਅਸੀਂ ਅੱਜ ਇਸ ਦੇ ਭਾਗਾਂ ਨੂੰ ਹੈ ਇੰਪੋਰਟੈਂਟ ਵੇ ਦੇ ਨਾਲ ਡਿਸਕਸ ਕਰਾਂਗੇ ਤਾਂ ਜੋ ਹੈ ਇਹ ਕੰਸੈਪਟ ਜੋ ਹੈ ਸਾਡੇ ਮਾਈਂਡ ਦੇ ਵਿੱਚ ਵਧੀਆ ਤਰੀਕੇ ਨਾਲ ਬੈਠ ਜਾਵੇ। ਪੇਪਰ ਵਿੱਚ ਜੇਕਰ ਇਸ ਦੇ ਵਿੱਚੋਂ ਕੁਐਸਚਨ ਪੁੱਛੇ ਜਾਣ ਤਾਂ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਹੋਏਗੀ। ਸੋ 4th ਜੋ ਹੈ ਸਾਡਾ ਡਿਜਿਟ ਹੈ D ਤੋਂ ਹੈ ਸ਼ੁਰੂ ਹੁੰਦਾ ਡਾਇਰੈਕਟਿਵ ਪ੍ਰਿੰਸੀਪਲਸ। ਜੇਕਰ ਇਸ ਦਾ ਆਰਟੀਕਲ ਪੁੱਛਿਆ ਜਾਵੇ ਤਾਂ 36 ਤੋਂ 51 ਦੇ ਵਿੱਚ ਜੋ ਹਨ ਰਾਜ ਦੇ ਨੀਤੀ ਦੇ ਜੋ ਹਨ ਨਿਰਦੇਸ਼ਕ ਸਿਧਾਂਤ ਜੋ ਹਨ ਉਹ ਸ਼ਾਮਿਲ ਕੀਤੇ ਗਏ ਹਨ। ਬਹੁਤ ਹੀ ਇੰਪੋਰਟੈਂਟ ਹੈ ਸੰਵਿਧਾਨ ਦੇ ਵਿੱਚ ਜੋ ਇੰਪੋਰਟੈਂਟ ਭਾਗ ਦੇ ਵਿੱਚੋਂ ਇਹਨਾਂ ਭਾਗਾਂ ਦੇ ਵਿੱਚੋਂ ਜੋ ਹੈ ਕੁਐਸਚਨ ਪੁੱਛੇ ਜਾਂਦੇ ਹਨ। ਜਿਵੇਂ ਨਾਗਰਿਕਤਾ ਕਿਸ ਸੰਵਿਧਾਨ ਦੇ ਕਿਸ ਭਾਗ ਵਿੱਚ ਹੈ, ਸੰਘ ਅਤੇ ਉਸਦੇ ਰਾਜ ਖੇਤਰ ਕਿਸ ਭਾਗ ਵਿੱਚ ਆਉਂਦੇ ਹਨ, ਨੀਤੀ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜੋ ਹੈ ਤੁਸੀਂ ਇਸ ਨੂੰ ਇਸ ਟ੍ਰਿਕ ਦੇ ਨਾਲ ਯਾਦ ਰੱਖ ਸਕਦੇ ਹੋ UCFD ਦੇ ਨਾਲ। ਇਸ ਦਾ ਜੋ ਨਾਲ ਹੀ ਜੋ ਹੈ D ਤੋਂ ਤੁਸੀਂ ਯਾਦ ਰੱਖਣਾ ਹੈ ਇਸ ਦਾ ਜੋ ਹੈ 4th A ਪਾਰਟ ਦੇ ਵਿੱਚ ਡਿਊਟੀਜ਼ ਹਨ। ਡਿਊਟੀਜ਼ ਕਿਹੜੀਆਂ ਹਨ? ਫੰਡਾਮੈਂਟਲ ਡਿਊਟੀਜ਼ ਭਾਵ ਮੌਲਿਕ ਕਰਤੱਵ। ਇਸ ਦਾ ਆਰਟੀਕਲ ਬਹੁਤ ਵਾਰ ਪੁੱਛ ਲਿਆ ਜਾਂਦਾ ਹੈ ਤਾਂ 51 A ਦੇ ਵਿੱਚ ਜੋ ਹਨ ਮੌਲਿਕ ਕਰਤੱਵ ਜੋ ਹਨ ਉਹ ਸ਼ਾਮਿਲ ਕੀਤੇ ਗਏ ਹਨ। ਸੋ ਫਰੈਂਡਸ ਬਹੁਤ ਹੀ ਇੰਪੋਰਟੈਂਟ ਜੋ ਹੈ ਸੰਵਿਧਾਨ ਦੇ ਭਾਗ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ। ਅਸੀਂ ਇਹਨਾਂ 10 ਭਾਗਾਂ ਨੂੰ ਡਿਟੇਲ ਦੇ ਨਾਲ ਜਾਣਨਾ ਹੈ ਤੇ ਇਸ ਦਾ ਜੋ 5ਵਾਂ ਭਾਗ ਹੈ ਇਸ ਤੋਂ ਬਾਅਦ ਉਸ ਨੂੰ ਜੋ ਹੈ ਉਸ ਦੇ ਨਾਲ ਰਿਲੇਟਡ ਅਸੀਂ ਸਾਰੇ ਹੀ ਇੰਪੋਰਟੈਂਟ ਆਰਟੀਕਲਸ ਕਿਸ ਦੇ ਨਾਲ ਰਿਲੇਟਡ ਹਨ ਉਹ ਅੱਜ ਅਸੀਂ ਕਰ ਰਹੇ ਹਨ। ਇਸ ਤੋਂ ਪਹਿਲਾਂ ਅਸੀਂ ਜਾਣਾਂਗੇ ਸੰਵਿਧਾਨ ਦੇ 5ਵੇਂ ਭਾਗ ਦੇ ਵਿੱਚ ਕੀ ਹੈ। ਸੰਵਿਧਾਨ ਦੇ 5ਵੇਂ ਭਾਗ ਵਿੱਚ U ਤੋਂ ਆ ਜਾਂਦਾ ਹੈ ਯੂਨੀਅਨ ਆਰਟੀਕਲਸ 52 ਤੋਂ ਲੈ ਕੇ 151 ਸੰਘ ਦੇ ਨਾਲ ਜੋ ਸੰਬੰਧਿਤ ਇਹ ਅਨੁਛੇਦ ਹੈ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਜਿਵੇਂ ਜੋ ਅਸੀਂ ਟ੍ਰਿਕ ਕੀਤੀ ਸੀ ਸਭ ਤੋਂ ਪਹਿਲਾਂ ਜੋ ਡਿਜਿਟ ਕੀਤੇ ਸਨ UCFD ਜਿਸ ਤੋਂ ਸਾਡੇ ਜੋ ਹਨ U ਤੋਂ ਸਾਡੇ ਪਿਛਲੇ ਜੋ ਆਪਾਂ 4 ਭਾਗ ਜੋ ਹਨ U ਤੋਂ ਲੈ ਕੇ D ਤੱਕ ਜੋ ਹਨ ਡਿਊਟੀਜ਼ ਤੱਕ ਫੰਡਾਮੈਂਟਲ ਡਿਊਟੀਜ਼ ਤੱਕ ਯਾਦ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਜੋ ਨੈਕਸਟ ਸਾਡਾ ਜੋ ਲਾਈਨ ਦੇ ਵਿੱਚ ਜੋ ਬਚਦਾ ਸੀ ਸਾਡੀ ਟ੍ਰਿਕ ਸੀ
UCFD ਵਿੱਚ US ਇੱਕ ਡੀਲ यूपी ਨਾਲ ਅਨੁਸੂਚਿਤ ਜਾਤੀਆਂ ਲਈ ਕਰਦਾ ਹੈ। ਅਤੇ ਇਸ ਦੇ ਨਾਲ ਹੀ ਅਸੀਂ ਸਾਰੇ ਜੋ ਹਨ ਇਹ ਜੋ 10 ਭਾਗ ਹਨ ਉਹ ਕਰਾਂਗੇ। ਤੁਸੀਂ ਜੋ ਹੈ ਇਸ ਟ੍ਰਿਕ ਨੂੰ ਆਪਣੀ ਕਾਪੀ 'ਤੇ ਲਿਖ ਲੈਣਾ ਹੈ ਕਿ ਨੋਟਸ ਬਣਾ ਲੈਣੇ ਹਨ, ਜਿਸ ਦੇ ਨਾਲ ਤੁਸੀਂ ਇੱਕ ਦੋ ਵਾਰ ਇਸ ਨੂੰ ਜੋ ਹੈ ਖੁਦ ਲਿਖ ਕੇ ਦੇਖੋਗੇ ਤਾਂ ਤੁਹਾਨੂੰ ਇਹ 10 ਭਾਗ ਜੋ ਹਨ ਉਹ ਆਸਾਨੀ ਦੇ ਨਾਲ ਯਾਦ ਹੋ ਜਾਣਗੇ। 6ਵੇਂ ਭਾਗ ਦੇ ਵਿੱਚ ਜੋ ਹੈ ਸਟੇਟ ਰਾਜਾਂ ਦਾ ਜੋ ਹੈ ਜ਼ਿਕਰ ਕੀਤਾ ਗਿਆ ਹੈ 237 ਤੋਂ ਲੈ ਕੇ 152 ਤੱਕ। ਬਹੁਤ ਹੀ ਇੰਪੋਰਟੈਂਟ ਹੈ, ਸਟੇਟ ਦਾ ਵੀ ਪੁੱਛ ਲਿਆ ਜਾਂਦਾ ਹੈ ਜ਼ਿਕਰ ਕਿਸ ਭਾਗ ਦੇ ਵਿੱਚ ਕੀਤਾ ਗਿਆ ਹੈ। ਇਸ ਦੇ ਨਾਲ ਹੀ 7ਵੀਂ ਦੇ ਵਿੱਚ ਜੋ ਡੀਲ ਹੈ US ਇੱਕ ਡੀਲ US ਡੀਲ ਕੀ ਹੈ, ਇਸ ਦਾ ਜੋ ਪੂਰਾ ਹੈ ਡੀਲ ਵਿਦ ਸਟੇਟਸ ਇਨ ਪਾਰਟ B 238 ਜੋ ਹੈ ਜੋ ਇਸ ਦੇ ਵਿੱਚ ਆਰਟੀਕਲ ਹੈ, ਇਸ ਦੇ ਅੰਡਰ ਇੱਕ ਡੀਲ ਕੀਤੀ ਗਈ ਹੈ ਸਟੇਟ ਦੇ ਨਾਲ। ਇਸ ਦਾ ਪਾਰਟ ਬਣਾਇਆ ਗਿਆ ਹੈ ਪਾਰਟ 238। ਬਹੁਤ ਹੀ ਜੋ ਹੈ ਇੰਪੋਰਟੈਂਟ ਸਾਰੇ ਹੀ ਜੋ ਫੈਕਟ ਹਨ ਤੁਸੀਂ ਯਾਦ ਰੱਖਣੇ ਹਨ। ਇਸ ਤੋਂ ਬਾਅਦ ਡੀਲ ਕਿਸ ਨਾਲ ਕਰਦਾ ਹੈ ਤਾਂ UP ਦੇ ਨਾਲ ਕਰਦਾ ਹੈ। U ਤੋਂ ਯੂਨੀਅਨ ਟੈਰੀਟਰੀਜ਼, P ਤੋਂ ਪੰਚਾਇਤ। ਬਹੁਤ ਹੀ ਇੰਪੋਰਟੈਂਟ ਪੰਚਾਇਤ ਨਾਲ ਰਿਲੇਟਡ ਜੋ ਹੈ ਭਾਗ ਪੁੱਛ ਲਿਆ ਜਾਂਦਾ ਹੈ ਕਿ ਪੰਚਾਇਤਾਂ ਦਾ ਜ਼ਿਕਰ ਜੋ ਹੈ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਕੀਤਾ ਗਿਆ ਹੈ। ਤਾਂ ਸੰਵਿਧਾਨ ਦੇ ਜੋ ਹੈ 9ਵੇਂ ਭਾਗ ਦੇ ਵਿੱਚ ਪੰਚਾਇਤਾਂ ਦਾ ਜ਼ਿਕਰ ਅਤੇ 8ਵੇਂ ਭਾਗ ਦੇ ਵਿੱਚ ਜੋ ਹੈ ਯੂਨੀਅਨ ਟੈਰੀਟਰੀਜ਼ ਭਾਵ ਜੋ ਹੈ ਸੰਘ ਰਾਜ ਖੇਤਰਾਂ ਦਾ ਜੋ ਹੈ ਉਹ ਜ਼ਿਕਰ ਕੀਤਾ ਗਿਆ ਹੈ। ਫਰੈਂਡਸ ਬਹੁਤ ਹੀ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣਾ ਹੈ। 9th ਵਿੱਚ ਪੰਚਾਇਤਾਂ ਤੋਂ ਜੋ ਹੈ ਪਿੰਡਾਂ ਵਿੱਚ ਪੰਚਾਇਤਾਂ, ਅਤੇ ਇਸ ਦੇ ਨਾਲ ਹੀ ਜੋ ਹੈ 9th A ਦੇ ਵਿੱਚ ਜੋ ਹਨ ਮਿਊਨਿਸਪੈਲਿਟੀਜ਼ ਭਾਵ ਨਗਰ ਪਾਲਿਕਾਵਾਂ ਜੋ ਹੁੰਦੀਆਂ ਹਨ ਉਹ ਐਡ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਹੀ ਨਾਲ ਹੀ ਜੋ ਹੈ ਕੋਆਪਰੇਟਿਵ ਸੁਸਾਇਟੀਜ਼ 9th B ਪਾਰਟ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਭਾਵ ਸਹਿਕਾਰੀ ਸਮਿਤੀਆਂ। ਜੇਕਰ ਸਹਿਕਾਰੀ ਸਮਿਤੀਆਂ ਪੁੱਛ ਲਈਆਂ ਜਾਣ ਤਾਂ 9th B ਵਿੱਚ, ਨਗਰ ਪਾਲਿਕਾ ਦਾ ਜ਼ਿਕਰ ਪੁੱਛ ਲਿਆ ਜਾਵੇ ਤਾਂ 9th A ਵਿੱਚ, ਪੰਚਾਇਤ ਜੋ ਹੈ 9th ਭਾਗ ਦੇ ਵਿੱਚ 9ਵੇਂ ਭਾਗ ਦੇ ਵਿੱਚ ਸ਼ਾਮਿਲ ਹੈ। ਇਸ ਦੇ ਨਾਲ ਹੀ ਜੋ ਸਾਡਾ ਲਾਸਟ ਬਚਦਾ ਹੈ ਜੋ UP ਨਾਲ ਅਨੁਸੂਚਿਤ ਜਾਤੀਆਂ ਲਈ ਜੋ ਕਰਦਾ ਹੈ, ਕੀ ਕਰਦਾ ਹੈ ਇੱਥੇ ਡੀਲ। 7ਵੇਂ ਨੰਬਰ 'ਤੇ ਸਾਡੀ ਜੋ ਹੈ ਇਹ ਪੁਆਇੰਟ ਆਉਂਦਾ ਹੈ। ਤਾਂ ਅਨੁਸੂਚਿਤ ਜਾਤੀਆਂ ਜੋ ਹਨ ਉਹ 10ਵੇਂ ਭਾਗ ਦੇ ਵਿੱਚ ਐਂਡ ਦੇ ਵਿੱਚ ਜੋ ਹਨ ਇਹ ਜੋ ਹਨ ਸ਼ਾਮਿਲ ਹਨ। ਸ਼ਡਿਊਲ ਐਂਡ ਟਰਾਈਬਲ ਏਰੀਆਜ਼ ਜੋ ਅਨੁਸੂਚਿਤ ਅਤੇ ਜਨਜਾਤੀ ਖੇਤਰ ਹਨ ਉਹ 10ਵੇਂ ਭਾਗ ਦੇ ਵਿੱਚ ਦਰਜ ਹਨ। ਇਸ ਦੇ ਨਾਲ ਹੀ ਜੋ ਸੰਵਿਧਾਨ ਦੇ ਜੋ ਸਾਡੇ 10 ਭਾਗ ਹਨ ਉਹ ਕਵਰ ਹੁੰਦੇ ਹਨ। ਬਹੁਤ ਹੀ ਜੋ ਹੈ ਈਜ਼ੀ ਟ੍ਰਿਕ ਦੇ ਨਾਲ ਤੁਸੀਂ ਇਸ ਨੂੰ ਇੱਕ ਵਾਰ ਆਪਣੇ ਨੋਟਸ ਤਿਆਰ ਕਰਕੇ ਉਸ ਨੂੰ ਧਿਆਨ ਦੇ ਨਾਲ ਲਿਖ ਕੇ ਜੋ ਹੈ ਯਾਦ ਰੱਖਣਾ ਹੈ। ਜਿਹੜਾ ਹੁਣ ਅਸੀਂ ਅੱਜ ਫੈਕਟ ਇੰਪੋਰਟੈਂਟ ਕਰਨ ਜਾ ਰਹੇ ਹਾਂ ਉਹ ਹੈ ਸੰਵਿਧਾਨ ਦਾ ਜੋ ਹੈ 5ਵਾਂ ਭਾਗ। ਬਹੁਤ ਹੀ ਇੰਪੋਰਟੈਂਟ ਹੈ। 5 ਪਾਰਟ ਜੋ ਹੈ ਆਰਟੀਕਲਸ ਇਸ ਦੇ ਵਿੱਚ ਸ਼ਾਮਿਲ ਹਨ 52 ਤੋਂ ਲੈ ਕੇ 151 ਦੇ ਵਿੱਚ, ਜਿਸ ਦੇ ਵਿੱਚ ਅੱਜ ਅਸੀਂ ਕਰਾਂਗੇ ਬਹੁਤ ਹੀ ਇੰਪੋਰਟੈਂਟ ਫੈਕਟ। ਸਭ ਤੋਂ ਪਹਿਲਾਂ ਇਸ ਦੇ ਵਿੱਚ ਇੰਪੋਰਟੈਂਟ ਫੈਕਟ ਇਹ ਹੈ ਕਿ 52 ਆਰਟੀਕਲ ਜਿਸ ਤੋਂ ਸੰਵਿਧਾਨ ਦਾ 5ਵਾਂ ਭਾਗ ਸ਼ੁਰੂ ਹੁੰਦਾ ਹੈ ਅਤੇ 52 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਦਾ ਜ਼ਿਕਰ ਕੀਤਾ ਗਿਆ ਹੈ। ਜੇਕਰ ਪੁੱਛਿਆ ਜਾਵੇ ਰਾਸ਼ਟਰਪਤੀ ਕਿਸ ਆਰਟੀਕਲ ਦੇ ਅੰਡਰ ਜੋ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਆਰਟੀਕਲ 52 ਦੇ ਵਿੱਚ। ਆਰਟੀਕਲ 52 ਦੇ ਵਿੱਚ ਰਾਸ਼ਟਰਪਤੀ ਹੈ ਸਭ ਤੋਂ ਉੱਚਾ। ਜਿਵੇਂ ਤੁਸੀਂ ਜਾਣਦੇ ਹੋ ਕਿ ਰਾਸ਼ਟਰਪਤੀ ਪਹਿਲੇ ਨੰਬਰ 'ਤੇ ਹੈ ਅਤੇ ਉਸ ਤੋਂ ਬਾਅਦ ਕੀ ਆਉਂਦਾ ਹੈ, ਉਸ ਤੋਂ ਬਾਅਦ ਦੂਜੇ ਨੰਬਰ 'ਤੇ ਤੁਸੀਂ ਜਾਣਦੇ ਹੋ ਕਿ ਰਾਸ਼ਟਰਪਤੀ ਤੋਂ ਬਾਅਦ ਜ਼ਿਕਰ ਆਉਂਦਾ ਹੈ ਉਪ ਰਾਸ਼ਟਰਪਤੀ ਦਾ। ਉਪ ਰਾਸ਼ਟਰਪਤੀ ਦਾ ਜੇ ਤੁਸੀਂ ਆਰਟੀਕਲ ਯਾਦ ਰੱਖਣਾ ਹੈ ਤਾਂ ਜੋ ਰਾਸ਼ਟਰਪਤੀ ਦਾ ਆਰਟੀਕਲ ਹੈ 52 ਦੇ ਵਿੱਚ। ਜੇਕਰ ਅਸੀਂ 52 ਦੇ ਵਿੱਚ +11 ਕਰਦੇ ਹਾਂ ਤਾਂ ਸਾਡੇ ਕੋਲ ਆਰਟੀਕਲ ਸਾਹਮਣੇ ਆਉਂਦਾ ਹੈ 63। 52 ਤੋਂ ਭਾਵ ਜੋ ਹੈ ਰਾਸ਼ਟਰਪਤੀ, ਇਸ ਦੀ ਜੋ ਹੈ ਅਹੁਦਾ ਪਹਿਲੇ ਨੰਬਰ 'ਤੇ। ਇਸ ਦੇ ਵਿੱਚ 11 ਪਲੱਸ ਕਰਦੇ ਹਾਂ 63 ਅਤੇ 63 ਦੇ ਵਿੱਚ ਆਰਟੀਕਲ ਆਉਂਦਾ ਹੈ ਕਿਸ ਦਾ ਆਉਂਦਾ ਹੈ ਉਪ ਰਾਸ਼ਟਰਪਤੀ ਦਾ, ਅਤੇ ਉਪ ਰਾਸ਼ਟਰਪਤੀ ਦਾ ਸਥਾਨ ਕਿੰਨਵਾਂ ਹੈ ਦੂਸਰਾ ਸਥਾਨ ਹੁੰਦਾ ਹੈ। ਅਤੇ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਜੋ ਕੁਐਸਚਨ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਰਾਜ ਸਭਾ ਦਾ ਜੋ ਹੈ ਪਾਦੇਨ ਸਭਾਪਤੀ ਕੌਣ ਹੁੰਦਾ ਹੈ ਜਾਂ ਸਭਾਪਤੀ ਕੌਣ ਹੁੰਦਾ ਹੈ ਤਾਂ ਉਹ ਹੁੰਦਾ ਹੈ ਉਪ ਰਾਸ਼ਟਰਪਤੀ। ਅਤੇ ਉਸ ਦਾ ਵੀ ਆਰਟੀਕਲ ਤੁਸੀਂ ਨਾਲ ਹੀ ਯਾਦ ਰੱਖਣਾ ਹੈ ਆਰਟੀਕਲ 64 ਦੇ ਅੰਡਰ। ਬਹੁਤ ਹੀ ਇੰਪੋਰਟੈਂਟ ਹੈ। ਪਹਿਲਾਂ ਦੇਖਣਾ ਹੈ ਤੁਸੀਂ ਰਾਸ਼ਟਰਪਤੀ 52 ਦੇ ਵਿੱਚ, ਉਪ ਰਾਸ਼ਟਰਪਤੀ +11 ਕੀਤੇ 63 ਦੇ ਵਿੱਚ, ਅਤੇ ਇਸ ਦੇ ਨਾਲ ਹੀ 64 ਦੇ ਵਿੱਚ ਜੋ ਹੈ ਉਪ ਰਾਸ਼ਟਰਪਤੀ ਨੇ ਕੀ ਬਣ ਜਾਣਾ ਹੈ ਰਾਜ ਸਭਾ ਦਾ ਪਾਦੇਨ ਸਭਾਪਤੀ ਬਣ ਜਾਣਾ ਹੈ। ਬਹੁਤ ਹੀ ਜੋ ਹੈ ਇੰਪੋਰਟੈਂਟ ਫੈਕਟ ਇਹ ਹੁੰਦੇ ਹਨ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਦੇ ਨਾਲ ਹੀ ਫਰੈਂਡਸ ਤੁਸੀਂ ਦੇਖ ਸਕਦੇ ਹੋ ਨੈਕਸਟ ਜੋ ਹੈ ਅਸੀਂ ਕਰਾਂਗੇ 63 ਦੇ ਵਿੱਚ ਅਸੀਂ ਨੈਕਸਟ ਜੋ ਸਟੇਜ ਦੇਖਣੀ ਹੈ ਉਪ ਰਾਸ਼ਟਰਪਤੀ ਤੋਂ ਬਾਅਦ ਕੀ ਆਉਂਦਾ ਹੈ। ਉਪ ਰਾਸ਼ਟਰਪਤੀ ਤੋਂ ਬਾਅਦ ਆਉਂਦਾ ਹੈ ਪ੍ਰਧਾਨ ਮੰਤਰੀ। ਤੀਸਰਾ ਅਹੁਦਾ ਕਿਸ ਦਾ ਆਉਂਦਾ ਹੈ ਤਾਂ ਪ੍ਰਧਾਨ ਮੰਤਰੀ ਦਾ ਆਉਂਦਾ ਹੈ। ਇਸ ਨੂੰ ਵੀ ਅਸੀਂ ਜਾਣਾਂਗੇ। ਜੇਕਰ ਅਸੀਂ 52 ਦੇ ਵਿੱਚ ਰਾਸ਼ਟਰਪਤੀ ਕਰ ਚੁੱਕੇ ਹਾਂ +11 ਕੀਤੇ
ਤਾਂ ਇਸ ਵਿੱਚ ਸਾਡੇ ਕੋਲ ਉਪ ਰਾਸ਼ਟਰਪਤੀ ਦਾ ਜੋ ਹੈ ਆਰਟੀਕਲ ਆਉਂਦਾ ਹੈ। ਹੁਣ ਅਸੀਂ ਉਪ ਰਾਸ਼ਟਰਪਤੀ ਦੇ ਆਰਟੀਕਲ ਵਿੱਚ +11 ਕਰਾਂਗੇ ਤਾਂ ਸਾਡੇ ਕੋਲ ਜੋ ਹੈ ਪ੍ਰਧਾਨ ਮੰਤਰੀ ਦਾ ਆਰਟੀਕਲ ਸਾਹਮਣੇ ਆ ਜਾਏਗਾ 74 ਦੇ ਵਿੱਚ ਪ੍ਰਧਾਨ ਮੰਤਰੀ ਨੂੰ ਜੋ ਹੈ ਉਸ ਦਾ ਜੋ ਹੈ ਜ਼ਿਕਰ ਕੀਤਾ ਗਿਆ ਹੈ, ਉਸ ਦੀ ਵਿਵਸਥਾ ਕੀਤੀ ਗਈ ਹੈ ਜਿਸ ਨੇ ਕੀ ਕਰਨਾ ਹੈ, ਰਾਸ਼ਟਰਪਤੀ ਨੂੰ ਸਲਾਹ ਦੇਣ ਦੇ ਲਈ ਇੱਕ ਮੰਤਰੀ ਪ੍ਰੀਸ਼ਦ ਹੈ ਜਿਸ ਦਾ ਪ੍ਰਧਾਨ ਕੌਣ ਹੁੰਦਾ ਹੈ, ਪ੍ਰਮੁੱਖ ਕੌਣ ਹੁੰਦਾ ਹੈ, ਪ੍ਰਧਾਨ ਮੰਤਰੀ। ਬਹੁਤ ਹੀ ਜੋ ਹੈ ਇੰਪੋਰਟੈਂਟ ਹੈ, ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ਪ੍ਰਧਾਨ ਮੰਤਰੀ ਦਾ ਜ਼ਿਕਰ ਜੋ ਹੈ 74 ਆਰਟੀਕਲ ਦੇ ਵਿੱਚ। ਇਸ ਦੇ ਨਾਲ ਹੀ ਜੇਕਰ ਪ੍ਰਧਾਨ ਮੰਤਰੀ ਦੀ ਹੋਰ ਮੰਤਰੀਆਂ ਦੀ, ਸਾਰੇ ਮੰਤਰੀਆਂ ਦੀ ਜੇ ਨਿਯੁਕਤੀ ਦੀ ਗੱਲ ਕਰੀਏ ਤਾਂ ਉਹ 75 ਆਰਟੀਕਲ ਦੇ ਅੰਡਰ ਆਉਂਦਾ ਹੈ। 75 ਆਰਟੀਕਲ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਸ ਤੋਂ ਬਾਅਦ ਹੀ ਜੋ ਹੈ 75 ਆਰਟੀਕਲ ਜੋ ਹੈ ਇਸ ਤੋਂ ਕਰਨ ਤੋਂ ਬਾਅਦ ਅਸੀਂ ਕਰਾਂਗੇ 76 ਆਰਟੀਕਲ ਦੇ ਵਿੱਚ ਕੀ ਆਉਂਦਾ ਹੈ, ਤਾਂ ਇਸ ਦੇ ਵਿੱਚ ਮਹਾਨਿਆਂਵਾਦੀ ਦੀ ਵਿਵਸਥਾ ਹੈ, ਭਾਵ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਦੀ ਜੋ ਹੈ ਵਿਵਸਥਾ ਆਰਟੀਕਲ 76 ਦੇ ਵਿੱਚ ਕੀਤੀ ਗਈ ਹੈ, ਜਿਸ ਦੇ ਵਿੱਚ ਕੀ ਹੈ, ਭਾਰਤ ਸਰਕਾਰ ਦਾ ਪਹਿਲਾ ਵਿਧੀ ਅਧਿਕਾਰੀ ਹੁੰਦਾ ਹੈ ਜੋ ਅਟਾਰਨੀ ਆਫ ਜਨਰਲ ਹੁੰਦਾ ਹੈ, ਤੇ ਇਸ ਦੀ ਨਿਯੁਕਤੀ ਕੌਣ ਕਰਦਾ ਹੈ, ਮਹਾਨਿਆਂਵਾਦੀ ਦੀ ਰਾਸ਼ਟਰਪਤੀ ਕਰਦਾ ਹੈ ਇਸ ਦੀ ਨਿਯੁਕਤੀ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਇਹ ਜੋ ਹੈ ਭਾਰਤੀ ਸਰਕਾਰ ਨੂੰ ਜੋ ਹੈ ਵਿਧੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਇਸ ਨੂੰ ਸਲਾਹ ਦਿੰਦਾ ਹੈ। ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਨਾਲ ਇੱਕ ਇੰਪੋਰਟੈਂਟ ਫੈਕਟ ਜੋ ਅਟਾਰਨੀ ਜਨਰਲ ਆਫ ਇੰਡੀਆ ਦੇ ਨਾਲ ਇਹ ਵੀ ਹੈ ਕਿ ਇਹ ਸਰਕਾਰ ਦਾ ਜੋ ਹੈ ਇੱਕ ਵਕੀਲ ਹੁੰਦਾ ਹੈ। ਜਿਵੇਂ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਜੇਕਰ ਕੇਸ ਲੜਨਾ ਹੁੰਦਾ ਹੈ ਤਾਂ ਉਹ ਇਸ ਨੇ ਵਕੀਲ ਬਣ ਕੇ ਜਾਣਾ ਹੁੰਦਾ ਹੈ। ਅਟਾਰਨੀ ਜਨਰਲ ਆਫ ਇੰਡੀਆ ਜੋ ਇਸ ਦੀ ਜੋ ਵਿਵਸਥਾ ਕੀਤੀ ਗਈ ਹੈ ਮਹਾਨਿਆਂਵਾਦੀ ਦੀ 76 ਆਰਟੀਕਲ ਦੇ ਅੰਡਰ। ਸੋ ਇਹ ਬਹੁਤ ਹੀ ਇੰਪੋਰਟੈਂਟ ਜੋ ਫੈਕਟਸ ਹਨ। ਸੋ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜੋ ਹਨ, ਇਸ ਨੂੰ ਆਪਾਂ ਹੋਰ ਵੀ ਇੰਪੋਰਟੈਂਟ ਵੇ ਨਾਲ ਕਰਨਾ ਹੈ। ਇਸ ਤੋਂ ਪਹਿਲਾਂ ਅਸੀਂ ਜੋ ਹੈ ਰਾਸ਼ਟਰਪਤੀ ਨਾਲ ਸੰਬੰਧਿਤ ਹੋਰ ਵੀ ਜ਼ਿਆਦਾ ਜੋ ਹਨ ਆਰਟੀਕਲਸ ਇੰਪੋਰਟੈਂਟ ਕਰਨੇ ਹਨ, ਬਹੁਤ ਹੀ ਜ਼ਿਆਦਾ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਹਨ। ਉਹ ਜੋ ਹੈ ਉਸ ਦੇ ਨਾਲ ਰਿਲੇਟਡ ਹੈ ਸੰਵਿਧਾਨ ਦੇ ਜੋ ਹੈ ਭਾਗ ਜੋ ਹੈ 5ਵੇਂ ਦੇ ਵਿੱਚ ਹੀ ਸਾਰਾ ਇਹ ਜੋ ਆਉਂਦਾ ਹੈ। ਤੁਸੀਂ ਜਿਵੇਂ ਦੇਖ ਸਕਦੇ ਹੋ ਰਾਸ਼ਟਰਪਤੀ, ਕਿਉਂਕਿ ਆਰਟੀਕਲ ਜੋ ਹਨ ਇਸ ਦੇ 52 ਤੋਂ ਲੈ ਕੇ 151 ਤੱਕ ਹਨ, ਸਾਰੇ ਹੀ ਜੋ ਹਨ ਇਸ ਦੇ ਵਿੱਚ ਸ਼ਾਮਿਲ ਹਨ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। 53 ਦੇ ਵਿੱਚ ਕੀ ਆਉਂਦਾ ਹੈ, ਸੰਘ ਦੀ ਜੋ ਕਾਰਜਪਾਲਿਕਾ ਦੀ ਸ਼ਕਤੀ ਜੋ ਹੈ ਉਹ ਰਾਸ਼ਟਰਪਤੀ ਨੂੰ ਦਿੱਤੀ ਗਈ ਹੈ ਆਰਟੀਕਲ 53 ਦੇ ਅਧੀਨ। ਜੇਕਰ ਪੁੱਛ ਲਿਆ ਜਾਵੇ ਰਾਸ਼ਟਰਪਤੀ ਦੀ ਸੰਘ ਦੀ ਕਾਰਜਪਾਲਿਕਾ ਦੀ ਸ਼ਕਤੀ ਕਿਸ ਆਰਟੀਕਲ ਦੇ ਅੰਡਰ ਆਉਂਦੀ ਹੈ, ਤਾਂ 53 ਦੇ ਅਧੀਨ। ਤੇ ਆਰਟੀਕਲ 54 ਆਉਂਦਾ ਹੈ ਉਸ ਤੋਂ ਬਾਅਦ, ਉਸ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਵਿਵਸਥਾ ਕੀਤੀ ਗਈ ਹੈ। ਬਹੁਤ ਹੀ ਇੰਪੋਰਟੈਂਟ ਜੋ ਹੈ ਆਰਟੀਕਲ ਇਹ ਪੁੱਛ ਲਏ ਜਾਂਦੇ ਹਨ। ਇਸ ਨੂੰ ਤੁਸੀਂ ਜੋ ਹੈ ਇੱਕ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਜਾਂ ਲਿਖ ਕੇ ਵੀ ਤੁਸੀਂ ਸਾਂਭ ਕੇ ਜੋ ਹੈ ਇਸ ਨੂੰ ਯਾਦ ਕਰ ਸਕਦੇ ਹੋ। ਬਹੁਤ ਹੀ ਇੰਪੋਰਟੈਂਟ ਆਰਟੀਕਲ ਹੋਰ ਪੁੱਛ ਲਏ ਜਾਂਦੇ ਹਨ ਕਿ ਰਾਸ਼ਟਰਪਤੀ ਦੇ ਮਹਾਦੋਸ਼ ਜੋ ਹੈ ਉਹ ਕਿਸ ਆਰਟੀਕਲ ਦੇ ਅਧੀਨ ਲੱਗ ਸਕਦਾ ਹੈ, ਤਾਂ 61 ਜੋ ਹੈ ਆਰਟੀਕਲ ਜਿਸ ਦੇ ਅਧੀਨ ਰਾਸ਼ਟਰਪਤੀ ਤੇ ਜੋ ਹੈ ਮਹਾਦੋਸ਼ ਲਗਾ ਕੇ ਜੋ ਹੈ ਉਸ ਨੂੰ ਜੋ ਹੈ ਉਸ 'ਤੇ ਜੋ ਉਸ ਦੀ ਕਾਰਗੁਜ਼ਾਰੀ ਵਧੀਆ ਨਾ ਹੋਈ ਤਾਂ ਉਸ ਨੂੰ ਮਹਾਦੋਸ਼ 61 ਆਰਟੀਕਲ ਦੇ ਅੰਡਰ ਲਗਾ ਕੇ ਉਸ ਨੂੰ ਜੋ ਹੈ ਸਜ਼ਾ ਦਾ ਜੋ ਹੈ ਪ੍ਰਾਵਧਾਨ ਜੋ ਹੈ ਕੁਛ ਵੀ ਨੂੰ ਉਸ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। 72 ਦੇ ਨਾਲ ਜੋ ਹੈ ਆਰਟੀਕਲ ਦੇ ਵਿੱਚ ਸਜ਼ਾ ਮਾਫ਼ ਕਰ ਸਕਦਾ ਹੈ ਕਿ ਕੌਣ ਕਰ ਸਕਦਾ ਹੈ, ਤਾਂ ਰਾਸ਼ਟਰਪਤੀ। 72 ਤੋਂ ਤੁਸੀਂ ਜਾਣ ਸਕਦੇ ਹੋ 72 ਤੋਂ ਭਾਵ ਕੁਛ ਬਿਹਤਰ, ਜੋ ਰਾਸ਼ਟਰਪਤੀ ਕੁਛ ਬਿਹਤਰ ਕਰ ਸਕਦਾ ਹੈ, ਭਾਵ ਉਹ ਕਿਸੇ ਵੀ ਜੋ ਹੈ ਦੋਸ਼ੀ ਦੀ ਜੋ ਹੈ ਜਾਂ ਤਾਂ ਸਜ਼ਾ ਮਾਫ਼ ਕਰ ਸਕਦਾ ਹੈ, ਚਾਹੇ ਉਹ ਫਾਂਸੀ ਦੀ ਸਜ਼ਾ ਹੋਵੇ ਜਾਂ ਕਿਸੇ ਦੀ ਕੈਦ ਹੋਵੇ, ਉਸ ਨੂੰ ਜੋ ਹੈ ਉਹ ਘੱਟ ਕਰ ਸਕਦਾ ਹੈ। ਇਸ ਦੇ ਨਾਲ ਹੀ ਆਰਟੀਕਲ ਬਹੁਤ ਹੀ ਇੰਪੋਰਟੈਂਟ ਹੈ 108, ਜਿਸ ਦੇ ਵਿੱਚ ਰਾਸ਼ਟਰਪਤੀ ਸੰਯੁਕਤ ਬੈਠਕ ਬੁਲਾ ਸਕਦਾ ਹੈ। ਬਹੁਤ ਹੀ ਇੰਪੋਰਟੈਂਟ ਹੈ। ਰਾਜ ਸਭਾ ਦੀ, ਲੋਕ ਸਭਾ ਦੀ ਇੱਕ ਸਾਂਝੀ ਬੈਠਕ ਦੇ ਵਿੱਚ ਜੋ ਹੈ ਉਹ ਰਾਸ਼ਟਰਪਤੀ ਬੁਲਾ ਸਕਦਾ ਅਤੇ ਉਸ ਦੀ ਅਧਿਅਕਸ਼ਤਾ ਪੇਪਰ ਵਿੱਚ ਪੁੱਛ ਲਈ ਜਾਵੇ ਕਿਸ ਨੇ ਕਰਨੀ ਹੈ, ਤਾਂ ਲੋਕ ਸਭਾ ਦਾ ਅਧਿਅਕਸ਼ ਜੋ ਹੈ ਉਸ ਦੀ ਜੋ ਹੈ ਅਧਿਅਕਸ਼ਤਾ ਕਰਦਾ ਹੈ। ਇਸ ਦੇ ਨਾਲ ਹੀ 123 ਆਰਟੀਕਲ ਦੇ ਵਿੱਚ ਕਿਸੇ ਵੀ ਤਤਕਾਲੀ ਵਿਧੀ ਜੋ ਕਦੇ ਵੀ ਕੋਈ ਐਮਰਜੈਂਸੀ ਆ ਜਾਂਦੀ ਹੈ, ਕਿਸੇ ਵਿਧੀ ਨੂੰ ਬਣਾਉਣ ਦੀ ਲੋੜ ਪੈ ਜਾਂਦੀ ਹੈ, ਤਾਂ ਉਹ ਰਾਸ਼ਟਰਪਤੀ 123 ਆਰਟੀਕਲ ਦੇ ਅੰਡਰ ਬਣਾ ਸਕਦਾ ਹੈ। ਕਿਉਂਕਿ ਵਿਧੀ ਇੱਕ ਅਜਿਹੀ ਚੀਜ਼ ਹੈ ਜੋ ਵੀ ਜਦੋਂ ਵੀ ਸੰਵਿਧਾਨ ਦੇ ਵਿੱਚ ਕੁਛ ਚੇਂਜ ਕਰਨੀ ਹੋਵੇ, ਵਿਧੀ ਤਿਆਰ ਕੀਤੀ ਜਾਂਦੀ ਹੈ ਤਾਂ ਉਸਨੂੰ ਬਹੁਤ ਟਾਈਮ ਲੱਗ ਜਾਂਦਾ ਹੈ। ਪਰ ਜੇਕਰ ਕੋਈ ਇੱਦਾਂ ਦੀ ਸਥਿਤੀ ਪੈਦਾ ਹੋ ਜਾਵੇ ਕਿ ਵਿਧੀ ਨੂੰ ਛੇਤੀ ਹੀ ਜੋ ਹੈ ਲਾਗੂ ਕਰਨਾ ਹੋਵੇ ਤਾਂ ਤਤਕਾਲੀ ਵਿਧੀ ਜੋ ਹੈ ਰਾਸ਼ਟਰਪਤੀ ਜੋ ਹੈ ਉਹ ਲਗਾ ਸਕਦਾ ਹੈ 123 ਆਰਟੀਕਲ ਦੇ ਅੰਡਰ। ਬਹੁਤ ਹੀ ਇੰਪੋਰਟੈਂਟ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨਾਲ ਜੋ ਹੈ ਇੰਪੋਰਟੈਂਟ ਫੈਕਟ ਪੁੱਛ ਲਿਆ ਜਾਂਦਾ ਹੈ ਕਿ ਕਿਸ ਆਰਟੀਕਲ ਦੇ ਅੰਡਰ ਸੁਪਰੀਮ ਕੋਰਟ ਤੋਂ ਜੋ ਹੈ ਰਾਸ਼ਟਰਪਤੀ ਸਲਾਹ ਲੈ ਸਕਦਾ ਹੈ, ਤਾਂ 143 ਆਰਟੀਕਲ ਹੈ ਸੁਪਰੀਮ ਕੋਰਟ ਤੋਂ ਜੋ ਹੈ ਇਸ ਦੇ ਅੰਡਰ ਰਾਸ਼ਟਰਪਤੀ ਸਲਾਹ ਲੈ ਸਕਦਾ ਹੈ। ਪਰ ਮੰਨਣੀ ਜਾਂ ਨਹੀਂ ਮੰਨਣੀ ਹੈ ਇਹ ਰਾਸ਼ਟਰਪਤੀ ਦੀ ਜੋ ਹੈ ਉਹ ਮਰਜ਼ੀ ਹੁੰਦੀ ਹੈ। ਬਹੁਤ ਹੀ ਇੰਪੋਰਟੈਂਟ ਜੋ ਹਨ ਇਹ ਆਰਟੀਕਲ ਹਨ, ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ।
ਇਸ ਦੇ ਨਾਲ ਹੀ ਫਰੈਂਡਸ ਰਾਸ਼ਟਰਪਤੀ ਤੋਂ ਬਾਅਦ ਇਸ ਜੋ ਹੈ ਉਹ ਸਾਰਾ ਅਸੀਂ ਕੀਤਾ ਹੈ ਕੇਂਦਰ ਦੇ ਬਾਰੇ। ਜੇਕਰ ਹੁਣ ਅਸੀਂ ਰਾਜ ਦੀ ਗੱਲ ਕਰੀਏ ਕਿ ਰਾਜ ਦੇ ਵਿੱਚ ਸਭ ਤੋਂ ਸਰਵਉੱਚ ਕੌਣ ਹੈ, ਤਾਂ ਰਾਜ ਵਿੱਚ ਹੁੰਦਾ ਹੈ ਰਾਜਪਾਲ। ਰਾਜਪਾਲ ਦਾ ਜੇਕਰ ਆਰਟੀਕਲ ਪੁੱਛ ਲਿਆ ਜਾਵੇ ਕਿਸ ਆਰਟੀਕਲ ਦੇ ਅੰਦਰ ਜੋ ਰਾਜਪਾਲ ਆਉਂਦਾ ਹੈ, ਤਾਂ ਉਹ ਹੈ 153। ਜੇਕਰ ਅਸੀਂ ਰਾਸ਼ਟਰਪਤੀ ਦਾ ਆਰਟੀਕਲ ਯਾਦ ਰੱਖੀਏ ਤਾਂ 53 ਆਰਟੀਕਲ ਦੇ ਵਿੱਚ ਸੀ ਰਾਸ਼ਟਰਪਤੀ, ਤੇ ਇਸ ਦੇ ਵਿੱਚ 153 ਦੇ ਵਿੱਚ ਜੋ ਹੈ ਉਹ ਰਾਜ ਦੇ ਵਿੱਚ ਰਾਜਪਾਲ ਹੈ। ਤੇ 153 ਤੁਸੀਂ ਦੇਖ ਸਕਦੇ ਹੋ 53 153 ਇੱਥੇ ਹੈ ਰਾਸ਼ਟਰਪਤੀ, ਇੱਥੇ ਹੈ ਰਾਜਪਾਲ। ਤੇ ਜੇਕਰ ਤੁਸੀਂ ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹੋ 53 ਵਿੱਚ ਰਾਸ਼ਟਰਪਤੀ 153 ਵਿੱਚ ਰਾਜਪਾਲ, ਤੇ ਇਸ ਦੇ ਨਾਲ ਇੱਦਾਂ ਵੀ ਕਰ ਸਕਦੇ ਹੋ ਕਿ ਜੋ ਹੈ 52 ਦੇ ਵਿੱਚ ਹੈ ਜੋ ਰਾਸ਼ਟਰਪਤੀ ਹੈ 52 ਦੇ ਵਿੱਚ ਜੇਕਰ ਤੁਸੀਂ 101 ਪਲੱਸ ਕਰੋ ਤਾਂ 153 ਆਉਂਦੇ ਹਨ। 153 ਦੇ ਵਿੱਚ ਜੋ ਹੈ ਉਹ ਰਾਜਪਾਲ ਦੀ ਵਿਵਸਥਾ ਕੀਤੀ ਗਈ ਹੈ। ਤੇ ਰਾਜਪਾਲ ਦੇ ਜੋ ਰਾਜ ਦੇ ਵਿੱਚ ਹੈ ਉਹ ਮੰਤਰੀ ਪ੍ਰੀਸ਼ਦ ਹੁੰਦੀ ਹੈ, ਮੁੱਖ ਮੰਤਰੀ ਹੁੰਦਾ ਹੈ। ਕੇਂਦਰ ਵਿੱਚ ਜਿਵੇਂ ਅਸੀਂ ਕੀਤਾ ਹੈ ਕਿ ਪ੍ਰਧਾਨ ਮੰਤਰੀ ਹੁੰਦਾ ਹੈ। ਜੇਕਰ ਅਸੀਂ ਮੁੱਖ ਮੰਤਰੀ ਦੀ ਜੋ ਹੈ ਰਾਜ ਦੀ ਗੱਲ ਕਰੀਏ, ਇਸ ਦਾ ਜੋ ਆਰਟੀਕਲ ਹੈ 163 163 ਆਰਟੀਕਲ ਦੇ ਅੰਡਰ ਜੋ ਹੈ ਇਹ ਆਉਂਦਾ ਹੈ। ਇਸ ਦੇ ਨਾਲ ਹੀ ਬਹੁਤ ਹੀ ਜੋ ਹਨ ਇੰਪੋਰਟੈਂਟ ਫੈਕਟ ਯਾਦ ਹੁੰਦੇ ਹਨ ਤੁਹਾਨੂੰ, ਬਹੁਤ ਹੀ ਈਜ਼ੀ ਵੇ ਦੇ ਨਾਲ। ਇੱਕ ਵਾਰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ 52 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਪਲੱਸ 101 ਜੇਕਰ ਅਸੀਂ ਕਰਦੇ ਹਾਂ 153 ਦੇ ਵਿੱਚ ਆ ਜਾਂਦਾ ਹੈ ਰਾਜਪਾਲ ਜੋ ਕਿ ਰਾਜ ਵਿੱਚ ਸਰਵਉੱਚ ਹੈ, 52 ਦੇ ਵਿੱਚ ਰਾਸ਼ਟਰਪਤੀ ਸਰਵਉੱਚ ਹੈ। ਇਸ ਦੇ ਨਾਲ ਹੀ 153 ਦੇ ਵਿੱਚ ਜੇਕਰ ਅਸੀਂ 10 ਪਲੱਸ ਕਰਦੇ ਹਾਂ ਤਾਂ ਸਾਡੇ ਕੋਲ ਆਰਟੀਕਲ ਆ ਜਾਂਦਾ ਹੈ 163 ਜਿਸ ਦੇ ਵਿੱਚ ਮੁੱਖ ਮੰਤਰੀ ਤੇ ਮੰਤਰੀ ਪ੍ਰੀਸ਼ਦ ਜੋ ਹਨ ਉਹ ਆਉਂਦੇ ਹਨ। ਬਹੁਤ ਹੀ ਇੰਪੋਰਟੈਂਟ ਜੋ ਹਨ ਇਹ ਫੈਕਟ ਸੀ ਫਰੈਂਡਸ। ਤੁਸੀਂ ਇਹਨਾਂ ਸਾਰੇ ਹੀ ਜੋ ਆਰਟੀਕਲ ਹਨ ਇਹਨਾਂ ਨੂੰ ਆਪਣੇ ਵੇ ਨਾਲ ਵੀ ਯਾਦ ਰੱਖ ਸਕਦੇ ਹੋ, ਇਸ ਟ੍ਰਿਕ ਦੇ ਰਾਹੀਂ ਵੀ ਜੋ ਹੈ ਉਹ ਯਾਦ ਰੱਖ ਸਕਦੇ ਹੋ। ਇਸ ਦੇ ਨਾਲ ਹੀ ਬਹੁਤ ਹੀ ਇੰਪੋਰਟੈਂਟ ਜੋ ਹੈ ਇੱਕ ਵਾਰ ਅਸੀਂ ਇੱਥੇ ਵੀ ਹੋਰ ਵੀ ਇੰਪੋਰਟੈਂਟ ਜੋ ਫੈਕਟ ਹਨ ਉਹ ਰਿਵਾਈਜ਼ ਕਰ ਸਕਦੇ ਹਾਂ। ਉਹ ਕਿਹੜੇ ਹਨ ਤੁਸੀਂ ਦੇਖ ਸਕਦੇ ਹੋ। ਉਪ ਰਾਸ਼ਟਰਪਤੀ ਦਾ ਆਰਟੀਕਲ 63, ਉਪ ਰਾਸ਼ਟਰਪਤੀ ਸਭਾ ਦਾ ਜੋ ਪਾਦੇਨ ਸਭਾਪਤੀ ਹੁੰਦਾ ਹੈ ਉਹ 64 ਆਰਟੀਕਲ ਦੇ ਅੰਡਰ। 74 ਆਰਟੀਕਲ ਦੇ ਅੰਦਰ ਸਾਰੇ ਹੀ ਮੰਤਰੀ ਜੋ ਹਨ ਉਹਨਾਂ ਦੀ ਆ ਜਾਂਦੇ ਹਨ। ਨਿਯੁਕਤੀ ਕਿਵੇਂ ਹੁੰਦੀ ਹੈ ਉਹ 75 ਆਰਟੀਕਲ ਦੇ ਅੰਡਰ ਆ ਜਾਂਦਾ ਹੈ। 76 ਵਿੱਚ ਜਿਵੇਂ ਅਸੀਂ ਅਟਾਰਨੀ ਜਨਰਲ ਆਫ ਇੰਡੀਆ ਕੀਤਾ ਹੈ ਉਹ ਆ ਜਾਂਦਾ ਹੈ। ਤੇ ਜੇਕਰ ਤੁਹਾਨੂੰ ਇੰਪੋਰਟੈਂਟ ਫੈਕਟ ਪੁੱਛ ਲਿਆ ਜਾਂਦਾ ਹੈ ਧਨ ਬਿੱਲ ਦਾ ਆਰਟੀਕਲ ਕਿਸ ਦੇ ਅੰਦਰ ਹੈ ਤਾਂ 110 ਦੇ ਅੰਡਰ ਹੈ। ਬਹੁਤ ਇੰਪੋਰਟੈਂਟ ਇਹ ਪੁੱਛ ਲਿਆ ਜਾਂਦਾ ਹੈ ਫੈਕਟ। 148 ਦਾ ਵੀ ਪੁੱਛ ਲਿਆ ਜਾਂਦਾ ਹੈ। ਨਿਯੰਤਰਿਕ ਮਹਾਲੇਖਾ ਕੈਗ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਦਾ ਵੀ ਆਰਟੀਕਲ ਪੁੱਛ ਲਿਆ ਜਾਂਦਾ ਹੈ ਤਾਂ ਉਹ ਹੈ 148। ਤੁਸੀਂ ਇਸ ਨੂੰ ਜੋ ਹੈ ਯਾਦ ਰੱਖਣਾ ਹੈ। ਇਸ ਨੂੰ ਨਿਯੰਤਰਿਕ ਮਹਾਲੇਖਾ ਅਧਿਕਾਰੀ ਕਹਿੰਦੇ ਹਨ। ਧਨ ਕਿੱਥੋਂ ਆਉਂਦਾ ਹੈ, ਕਿੱਥੋਂ ਜਾਂਦਾ ਹੈ, ਇਸ ਦਾ ਸਾਰਾ ਹਿਸਾਬ ਕਿਸ ਕੋਲ ਹੁੰਦਾ ਹੈ, ਕੈਗ ਭਾਵ ਨਿਯੰਤਰਕ ਮਹਾਲੇਖਾ ਅਧਿਕਾਰੀ ਦੇ ਕੋਲ। ਇਸ ਦੇ ਨਾਲ ਜੋ ਲਾਸਟ ਇੰਪੋਰਟੈਂਟ ਫੈਕਟ ਹੈ 124 ਆਰਟੀਕਲ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਜੋ ਹੈ ਉਹ ਸੁਪਰੀਮ ਕੋਰਟ ਦੀ ਸਥਾਪਨਾ ਤੇ ਗਠਨ ਜੋ ਹੈ ਉਹ ਸ਼ਾਮਲ ਹੈ। ਬਹੁਤ ਹੀ ਇੰਪੋਰਟੈਂਟ ਫੈਕਟ ਸੀ ਫਰੈਂਡ। ਇਹ ਆਰਟੀਕਲ ਜੋ ਹਨ ਇਹ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ। ਸੋ ਫਰੈਂਡਸ ਇਹ ਬਹੁਤ ਹੀ ਇੰਪੋਰਟੈਂਟ ਵੀਡੀਓ ਸੀ। ਤੁਹਾਡੇ ਜੋ ਹੈ ਪੇਪਰ ਦੇ ਵਿੱਚ ਕੁਐਸਚਨ ਮੇਨ ਪੁੱਛੇ ਜਾਂਦੇ ਹਨ ਇੰਪੋਰਟੈਂਟ ਉਸ ਦੇ ਨਾਲ ਰਿਲੇਟਡ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ, ਸਾਰੇ ਫੈਕਟ ਹੈਲਪਫੁਲ ਹੋਣਗੇ ਤੁਹਾਡੇ ਲਈ, ਪਲੀਜ਼ ਤੁਸੀਂ ਇਸ ਵੀਡੀਓ ਨੂੰ ਜੋ ਹੈ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਤੇ ਮੇਰੇ ਇਸ ਚੈਨਲ ਨੂੰ ਹੋਰ ਵਧੀਆ ਵੀਡੀਓਜ਼ ਲਈ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ। ਥੈਂਕ ਯੂ।